ਸਰਕਾਰ ਜਿਹੜੀ ਹੈਗੀ ਆ ਕਿ ਇੱਕ ਅਸੀਂ ਇਹ ਕਹਿ ਲਾਂਗੇ ਕਿ ਜਦੋਂ ਦੀ ਇਹ ਆਈ ਆ ਸਾਡੇ ਦੇਸ਼ ਨੂੰ ਇਹਨਾਂ ਨੇ ਵੇਚਣ ਦਾ ਕੰਮ ਕੀਤਾ, ਕੋਈ ਅੱਜ ਤੱਕ ਬਣਾਇਆ ਨਹੀਂ ਇਹਨਾਂ ਨੇ। ਹੋਏ ਜਿਨ੍ਹਾਂ ਨੂੰ ਕਰੋਨਾ ਹੋਇਆ ਉਹਨਾਂ ਦੀ ਕੋਈ ਇਹਨਾਂ ਨੇ ਵਿਵਸਥਾ ਨਹੀਂ ਬਣਾਈ, ਅੱਜ ਤੱਕ ਕੋਈ ਇਹਨਾਂ ਨੇ ਹਸਪੀਟਲ ਨਹੀਂ ਬਣਾਇਆ। ਆਪਣੇ ਤਰਾਈ ਖੇਤਰ ਦੀ ਗੱਲ ਕਰਾਂ, ਉੱਥੇ ਤੇ ਬੀਜੇਪੀ ਨੂੰ ਵੋਟ ਦੇਣ ਦੀ ਬੜੀ ਦੂਰ ਦੀ ਗੱਲ। ਸਾਨੂੰ ਬਾਰਡਰਾਂ ਤੇ ਬਿਠਾ ਕੇ ਇਲੈਕਸ਼ਨ ਨਹੀਂ ਲੜ ਸਕਦੇ। ਉੱਥੇ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਊਗਾ, ਜਾਂ ਤੇ ਇਹਨਾਂ ਨੂੰ ਪਹਿਲਾਂ ਨਿਪਟਾਉਣਾ ਪਊਗਾ, ਸਾਡੇ ਨਾਲ ਗੱਲ ਕਰਨੀ ਪਊਗੀ। ਔਰ ਅਗਰ ਅਸੀਂ ਬਾਰਡਰਾਂ ਤੇ ਬਵਾਂਗੇ ਤੇ ਜਨਤਾ ਨੇ ਇਹਨਾਂ ਨੂੰ ਵੜ ਨਹੀਂ ਦੇਣਾ ਇੱਥੇ। ਸਵਾਗਤ ਹੈ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ। ਇਸ ਵੇਲੇ ਪੰਜਾਬੀ ਨੈਸ਼ਨਲ ਟੀਵੀ ਦੀ ਟੀਮ ਗਾਜੀਪੁਰ ਬਾਰਡਰ ਤੇ ਕਿਸਾਨਾਂ ਦੇ ਕੋਲ ਪਹੁੰਚ ਚੁੱਕੀ ਆ ਤੇ ਸਾਡੇ ਨਾਲ ਇਸ ਵੇਲੇ ਗਾਜੀਪੁਰ ਦੇ ਮੰਚ ਸੰਚਾਲਕ ਖਿੰਡਾ ਸਾਹਿਬ ਪਹੁੰਚ ਚੁੱਕੇ ਆ। ਉਹਨਾਂ ਨਾਲ ਕਰਦੇ ਆ ਗੱਲਬਾਤ ਕਿ ਇਸ ਵੇਲੇ ਗਾਜੀਪੁਰ ਬਾਰਡਰ ਦੀਆਂ ਕੀ ਸਥਿਤੀਆਂ ਹਨ ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਇਸ ਵੇਲੇ ਗਾਜੀਪੁਰ ਬਾਰਡਰ ਤੇ ਕੀ ਹਲਚਲ ਹੈ। ਖਿੰਡਾ ਸਾਹਿਬ ਸਵਾਗਤ ਹੈ ਤੁਹਾਡਾ ਜੀ, ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਪਣਾ ਮੈਨੂੰ ਪੂਰਾ ਨਾਂ ਦੱਸਿਓ ਤੇ ਤੁਸੀਂ ਸਟੇਜ ਸੰਚਾਲਕ ਹੋ ਤੇ ਇਸ ਵੇਲੇ 7ਵਾਂ ਮਹੀਨਾ ਸ਼ੁਰੂ ਹੋ ਗਿਆ ਅੰਦੋਲਨ ਨੂੰ, ਕੀ ਸਥਿਤੀ ਹੈ ਇਸ ਵੇਲੇ ਗਾਜੀਪੁਰ ਬਾਰਡਰ ਤੇ? ਮਲੂਕ ਸਿੰਘ ਖਿੰਡਾ, ਨਾਨਕ ਮੱਤਾ ਉੱਤਰਾਖੰਡ ਤੋਂ ਆ ਮੈਂ ਜੀ। ਔਰ ਇਹ ਸਾਡੇ ਇੱਥੇ ਗਾਜੀਪੁਰ ਦਾ ਜਿਹੜਾ ਮੋਰਚਾ ਹੈਗਾ ਵਾ, ਇਹ ਸ਼ੁਰੂ ਤੋਂ ਹੀ ਬਹੁਤ ਹੀ ਵਧੀਆ ਤਿਆਰੀਆਂ ਦੇ ਨਾਲ, ਬਹੁਤ ਮਜ਼ਬੂਤੀ ਨਾਲ ਚੱਲ ਰਿਹਾ ਵਾ। ਔਰ ਲਗਾਤਾਰ ਇਹ ਚੱਲਦਾ ਰਿਹਾ ਵਾ। ਬਹੁਤ ਤਗੜੇ ਸਤਰ 'ਤੇ ਜਿਹੜੀ ਇੱਥੇ ਸਾਡੇ ਕਿਸਾਨ ਭਾਈ ਲਗਾਤਾਰ ਪਹੁੰਚਦੇ ਰਹੇ ਆ। ਔਰ ਆ ਜਿਹੜਾ ਕਰੋਨਾ ਕਾਲ ਸੀਗਾ, ਇਹਦੇ ਵਿੱਚ ਵੀ ਜਿਹੜੇ ਹੌਸਲੇ ਕਿਸੇ ਦੇ ਨਹੀਂ ਟੁੱਟੇ। ਉਹ ਲਗਾਤਾਰ ਬਹੁਤ ਮਜ਼ਬੂਤੀ ਦੇ ਨਾਲ ਜਿਹੜਾ ਵਾ ਅਸੀਂ ਇੱਥੇ ਲੱਗੇ ਹੋਏ ਹਾਂ। ਔਰ ਅੰਦੋਲਨ ਜਿਹੜਾ ਵਾ ਇਹ ਚੱਲ ਰਿਹਾ ਵਾ ਬਹੁਤ ਮਜ਼ਬੂਤੀ ਨਾਲ, ਔਰ ਗਾਂ ਵੀ ਇਦਾਂ ਹੀ ਚੱਲਦਾ ਰਹੂਗਾ। ਇਹ ਸਾਡੇ ਹੌਸਲੇ ਕਿਸਾਨਾਂ ਦੇ ਬੜੇ ਮਜ਼ਬੂਤ ਹੈਗੇ ਆ। ਔਰ ਸਰਕਾਰ ਨਾਲ ਜਿਹੜੀ ਸਾਡੀ ਇੱਕ ਮੰਗ ਹੈਗੀ ਆ, ਉਹ ਜਿੰਨਾ ਚਿਰ ਇਹ ਮੰਗ ਸਾਡੀ ਮੰਨੀ ਨਹੀਂ ਜਾਂਦੀ ਉਹਨਾਂ ਚਿਰ ਤੇ ਇੱਥੋਂ ਜਾਣ ਦਾ ਮਤਲਬ ਹੀ ਨਹੀਂ ਆ। ਹੁਣ ਤੇ ਸਾਡੇ ਇੱਥੇ ਵਿਵਸਥਾਵਾਂ ਇੰਨੀਆਂ ਵਧੀਆ ਹੋ ਚੁੱਕੀਆਂ ਵਾ, ਹੁਣ ਤੇ ਇੱਥੇ ਸਮਝੋ ਕਿ ਸਾਡਾ ਇੱਕ ਪਿੰਡ ਬਣ ਗਿਆ ਵਾ ਕਿਸਾਨਾਂ ਦਾ। ਔਰ ਅਸੀਂ ਹੁਣ ਇੱਥੇ ਹੈਗੇ ਆ, ਆਉਨੇ ਆ, ਬੈਠੇ ਆ ਇੱਥੇ। ਔਰ ਜਦੋਂ ਆਪਦੇ ਘਰਾਂ ਦੇ ਕੰਮ ਵੀ ਜਿਹੜੇ ਹੈਗੇ ਆ ਉਹ ਵੀ ਕਰ ਲਈਦੇ ਆ। ਘਰਾਂ ਦੇ ਕੰਮ ਕਰਕੇ ਫਿਰ ਸਾਡੇ ਕਿਸਾਨ ਵੀਰ ਇੱਥੇ ਆ ਜਾਂਦੇ ਆ। ਔਰ ਹੁਣ ਕਿਸੇ ਤਰ੍ਹਾਂ ਦਾ ਮਤਲਬ ਸਾਡੇ ਦਿਲ 'ਚ ਕੋਈ ਸੰਦੇਹ ਨਹੀਂ ਜਾਂ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ। ਵਿਵਸਥਾਵਾਂ ਇੱਥੇ ਸਾਡੇ ਤੇ ਜਿਹੜਾ ਬਿਲਕੁਲ ਬਹੁਤ ਵਧੀਆ ਤਰੀਕੇ ਦੀਆਂ ਹੈਗੀਆਂ ਵਾ। ਰਹਿਣ ਵਾਸਤੇ ਬਹੁਤ ਅੱਛੀਆਂ ਵਿਵਸਥਾ ਜਿਹੜੀਆਂ ਹੋ ਚੁੱਕੀਆਂ ਵਾ, ਔਰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ। ਔਰ ਅੰਦੋਲਨ ਜਿਹੜਾ ਹੈਗਾ ਵਾ, ਇਹ ਸਰਕਾਰ ਜਿਹੜੀ ਹੈਗੀ ਆ ਕਿ ਇੱਕ ਅਸੀਂ ਇਹ ਕਹਿ ਲਾਂਗੇ ਕਿ ਜਦੋਂ ਦੀ ਇਹ ਆਈ ਆ ਸਾਡੇ ਦੇਸ਼ ਨੂੰ ਇਹਨਾਂ ਨੇ ਵੇਚਣ ਦਾ ਕੰਮ ਕੀਤਾ, ਕੋਈ ਅੱਜ ਤੱਕ ਬਣਾਇਆ ਨਹੀਂ ਇਹਨਾਂ ਨੇ। ਔਰ ਇਹ ਜਿਹੜਾ ਕਰੋਨਾ ਕਾਲ ਆਇਆ ਵਾ, ਇਸ ਕਰੋਨਾ ਕਾਲ ਦੇ ਵਿੱਚ ਬਿਲਕੁਲ ਇਹ ਸਰਕਾਰ ਜਿਹੜੀ ਬੈਕਫੁੱਟ 'ਤੇ ਆ ਗਈ। ਇਹਨਾਂ ਨੇ ਜਿਹੜਾ ਵਾ, ਜਿਹੜੇ ਸਾਡੇ ਕਰੋਨਾ ਦੇ ਨਾਲ ਜਿਹੜੇ ਕੋਈ ਮਰੀਜ਼ ਹੋਏ ਜਿਨ੍ਹਾਂ ਨੂੰ ਕਰੋਨਾ ਹੋਇਆ ਉਹਨਾਂ ਦੀ ਕੋਈ ਇਹਨਾਂ ਨੇ ਵਿਵਸਥਾ ਨਹੀਂ ਬਣਾਈ, ਅੱਜ ਤੱਕ ਕੋਈ ਇਹਨਾਂ ਨੇ ਹਸਪੀਟਲ ਨਹੀਂ ਬਣਾਇਆ। ਔਰ ਕੋਈ ਇਹਨਾਂ ਦੀ ਜਿਹੜਾ ਪ੍ਰਸ਼ਾਸਨ ਜਿਹੜਾ ਹੈਗਾ ਸੀਗਾ ਉਹ ਕਿਸੇ ਤਰ੍ਹਾਂ ਦੀ ਵਿਵਸਥਾ ਨਹੀਂ ਕਰ ਪਾਇਆ। ਔਰ ਬਹੁਤ ਸਾਰੇ ਸਾਡੇ ਜਿਹੜੇ ਆ ਕਿਸਾਨ ਭਰਾ ਔਰ ਸਾਡੇ ਆਮ ਜਿਹੜੀ ਪਬਲਿਕ ਸੀ ਹੈਗੀ, ਲੱਖਾਂ ਦੇ ਸੰਖਿਆ ਦੇ ਵਿੱਚ ਜਿਨ੍ਹਾਂ ਦੀ ਇੱਕ ਜਾਨ ਜਾ ਚੁੱਕੀ ਆ। ਔਰ ਇਹ ਸਰਕਾਰ ਜਿਹੜੀ ਹੈਗੀ ਆ ਬਿਲਕੁਲ ਬੈਕਫੁੱਟ 'ਤੇ ਆਈ ਹੋਈ ਆ ਇਸ ਟਾਈਮ। ਮਲੂਕ ਸਿੰਘ ਖਿੰਡਾ ਜੀ, ਤੁਸੀਂ ਇਹ ਦੱਸੋ ਕਿ 26 ਜਨਵਰੀ ਤੋਂ ਪਹਿਲਾਂ ਦੇ ਦ੍ਰਿਸ਼ ਹੋਰ ਸਨ ਤੇ 26 ਜਨਵਰੀ ਤੋਂ ਬਾਅਦ ਦੇ ਹੋਰ, ਤੇ ਅੱਜ 6 ਮਹੀਨੇ ਬਾਅਦ ਹੋਰ ਅੰਦੋਲਨ ਦੇ ਦ੍ਰਿਸ਼ ਆ, ਕਿਉਂਕਿ ਹੁਣ ਸਾਰਾ ਸਿਸਟਮੈਟਿਕ ਹੋ ਚੁੱਕਾ ਆ। ਕਿਸਾਨ ਨੂੰ ਪਤਾ ਮੈਂ ਆਪਣੀ ਫਸਲ ਵੀ ਸਾਂਭਣੀ ਆ, ਮੈਂ ਆਪਣੇ ਹੋਰ ਕੰਮ ਵੀ ਦੇਖਣੇ ਆ, ਤੇ ਉਸ ਹਿਸਾਬ ਦੇ ਨਾਲ ਹੁਣ ਬਾਰੀ-ਬਾਰੀ ਜਿਹੜੇ ਕਿਸਾਨਾਂ ਨੇ ਆਉਣਾ ਇਸ ਅੰਦੋਲਨ ਸ਼ੁਰੂ ਕਰਤਾ। ਜਿਹੜੀ ਮੇਲਾ ਦੇਖਣ ਵਾਲੀ ਕਹਿ ਸਕਦੇ ਆ ਭੀੜ ਸੀਗੀ ਉਹ ਘਟ ਗਈ ਆ। ਹੁਣ ਸੋਲਿਡ ਸੋਚ ਵਾਲੇ ਬੰਦੇ ਬੈਠੇ ਆ। ਤੁਹਾਨੂੰ ਲੱਗਦਾ ਕਿ ਜੇ ਅੰਦੋਲਨ ਲੰਬਾ ਚੱਲਦਾ ਆ ਤੇ ਹੁਣ ਜਿਹੜੇ ਪੱਕੀਆਂ ਵਿਵਸਥਾਵਾਂ ਹੋਣ ਲੱਗ ਗਈਆਂ ਆ ਵੀ ਉਹ ਆਉਣ ਵਾਲੇ ਲੰਬੇ ਸਮੇਂ 'ਚ ਸਹਾਈ ਹੋਣਗੀਆਂ? ਬਿਲਕੁਲ ਜੀ। ਦੇਖੋ, ਇਹ ਅੰਦੋਲਨ ਜਿੱਦਾਂ ਹੀ ਸ਼ੁਰੂ 'ਚ ਚੱਲਿਆ ਸੀਗਾ ਤੇ ਬਹੁਤ ਸਾਰੇ ਜੋਸ਼ ਦੇ ਨਾਲ ਚੱਲਿਆ ਸੀਗਾ। ਸਾਡੇ ਯੁਵਾ ਸੀਗੇ ਜਿਹੜੇ ਹੈਗੇ ਉਹ ਵੀ ਬੜੇ ਜੋਸ਼ ਦੇ ਨਾਲ ਆਏ ਸੀ। ਬਹੁਤ ਅੰਦਰ ਉਹਨਾਂ ਦੇ ਇੱਕ ਆਕਰੋਸ਼ ਵੀ ਹੈਗਾ ਸੀਗਾ ਉਸ ਟਾਈਮ 'ਚ। ਲੇਕਿਨ ਇਹ ਜਿੱਦਾਂ ਅੰਦੋਲਨ ਇਹ ਲੰਮਾ ਹੁੰਦਾ ਜਾ ਰਿਹਾ ਵਾ, ਉੱਦਾਂ ਜਿਹੜਾ ਵਾ ਸਾਡੇ ਅੰਦਰ ਇੱਕ ਮੈਚਿਓਰਤਾ ਆਈ ਆ। ਅਸੀਂ ਬਿਲਕੁਲ ਪ੍ਰਿਪੇਅਰ ਹੋ ਚੁੱਕੇ ਹਾਂ ਕਿ ਜਿਹੜਾ ਵਾ ਕਿ ਅਗਰ ਇਹ ਅੰਦੋਲਨ ਕਿੰਨਾ ਵੀ ਲੰਬਾ ਚੱਲਦਾ ਵਾ ਤਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ, ਕਿਉਂਕਿ ਇਹ ਸਾਡੇ ਕਿਸਾਨ ਵੀਰ ਜਿਹੜੇ ਹੈਗੇ ਆ ਹੁਣ ਇਹ ਮਨ ਬਣਾ ਚੁੱਕੇ ਆ। ਇਹਨਾਂ ਦਾ ਮਨ ਬਿਲਕੁਲ ਇਹ ਬਣ ਚੁੱਕਿਆ ਵਾ ਕਿ ਇਹ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ, MSP ਦੇ ਕਾਨੂੰਨ ਨਹੀਂ ਬਣਦਾ, ਉਹਨਾਂ ਚਿਰ ਅਸੀਂ ਜਿਹੜਾ ਵਾ ਇੱਥੋਂ ਹਿੱਲਣਾ ਨਹੀਂ ਹੈਗਾ। ਔਰ ਸਾਡੇ ਕਿਸਾਨ ਭਰਾਵਾਂ ਨੇ ਹੁਣ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਚੁੱਕੀਆਂ ਵਾ। ਔਰ ਕਮੇਟੀਆਂ ਬਣਾ ਕੇ ਇੱਕ ਡਿਸਾਈਡ ਹੋ ਚੁੱਕਿਆ, ਡੇਟਾਂ ਡਿਸਾਈਡ ਹੋ ਚੁੱਕੀਆਂ ਵਾ। ਸਾਡੇ ਉੱਤਰਾਖੰਡ ਔਰ UP ਦੀਆਂ ਜਿਹੜੀਆਂ ਵਾ ਉਹ ਡੇਟਾਂ ਡਿਸਾਈਡ ਹੋ ਚੁੱਕੀਆਂ ਵਾ। ਉਹਨਾਂ ਡੇਟਾਂ ਦੇ ਉੱਤੇ ਬੰਦੇ ਜਿਹੜੇ ਆ ਸਾਡੇ ਇੱਥੇ ਆਉਂਦੇ ਆ ਔਰ ਇੱਥੇ ਜਿਹੜੇ ਆ 4 ਦਿਨ 5 ਦਿਨ ਇੱਥੇ ਰਹਿ ਕੇ ਉਹ ਚਲੇ ਜਾਂਦੇ ਆ, ਫਿਰ ਉਹ ਦੂਜੀ ਟੀਮ ਉਸ ਡੇਟ ਤੇ ਆ ਜਾਂਦੀ ਆ। ਔਰ ਬਿਲਕੁਲ ਇੱਕ ਮਨ ਹਰ ਇੱਕ ਦਾ ਬਣ ਚੁੱਕਿਆ ਵਾ ਕਿ ਇਹ ਅੰਦੋਲਨ ਜਿਹੜਾ ਵਾ ਅਸੀਂ ਜਿੰਨਾ ਚਿਰ ਇਹ ਅੰਦੋਲਨ ਚੱਲਦਾ ਰਹੇਗਾ ਅਸੀਂ ਇੱਥੇ
ਆਉਂਦੇ ਰਵਾਂਗੇ। ਔਰ ਬਿਲਕੁਲ ਕੋਈ ਵੀ ਦਿਮਾਗ 'ਚ ਕਿਸੇ ਦੇ ਇਹੋ ਜਿਹੀ ਗੱਲ ਨਹੀਂ ਹੈਗੀ ਇੱਥੇ ਆ ਕੇ ਕੋਈ ਕਿਸੇ ਤਰ੍ਹਾਂ ਦੀ ਵੀ ਮਤਲਬ ਖੁਰਾਪਾਤ ਜਾਂ ਕੋਈ ਇਹੋ ਜਿਹੀ ਗੱਲ ਉਹ ਪਹਿਲੇ ਵੀ ਨਹੀਂ ਹੋਈ ਔਰ ਅੱਜ ਵੀ ਕਿਸੇ ਦੇ ਦਿਮਾਗ 'ਚ ਨਹੀਂ ਹੈਗੀ। ਸ਼ਾਂਤੀ ਮੈਂ ਜਿਹੜਾ ਇੱਕ ਸ਼ਾਂਤੀ ਪ੍ਰਿय ਤਰੀਕੇ ਨਾਲ ਅੰਦੋਲਨ ਚਲਾਉਣ ਦੀ ਇੱਕ ਸੋਚ ਜਿਹੜੀ ਸਾਡੇ ਕਿਸਾਨ ਭਰਾਵਾਂ ਦੀ ਇਸ ਟਾਈਮ ਬਣ ਚੁੱਕੀ ਆ ਔਰ ਇਸ ਕਰਕੇ ਇਹ ਅੰਦੋਲਨ ਨੂੰ ਹੁਣ ਸਾਡੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਨਹੀਂ ਹੈਗੀ। ਖੰਡਾ ਸਾਹਿਬ, ਅਸੀਂ ਦੇਖ ਰਹੇ ਸੀ ਪਿੱਛੇ ਕਿ ਸਟੇਜ ਜਿਹੜੀ ਆ ਉਹ ਇਸ ਵੇਲੇ ਗਾਜੀਪੁਰ ਬਾਰਡਰ ਵਾਲੀ ਉਹ ਬੰਦ ਹੋਈ ਆ, ਉਹਦੀ ਕੀ ਵਜ੍ਹਾ ਹੈ? ਕੋਈ ਸਰਕਾਰ ਨੇ ਬੰਦ ਕਰਾਈ ਆ ਜਾਂ ਕੋਈ ਹੋਰ ਵਜ੍ਹਾ? ਦੇਖੋ ਜੀ, ਇਹੋ ਜਿਹੀ ਕੋਈ ਵਜ੍ਹਾ ਨਹੀਂ ਹੈਗੀ। ਇਹ ਜਿਹੜਾ ਹੁਣ ਆਂधी ਤੂਫਾਨ ਆਇਆ ਸੀਗਾ 3-4 ਦਿਨ ਪਹਿਲੇ, ਜੀ ਤੋ ਇਹਦੇ ਵਿੱਚ ਜਿਹੜਾ ਵਾ ਉਸ ਆਂधी ਨਾਲ ਸਾਡਾ ਜਿਹੜਾ ਸਟੇਜ ਸੀਗਾ ਉਹਦੀ ਤਰਪਾਲ ਵਗੈਰਾ ਉੱਡ ਗਈ ਹੈ ਔਰ ਸਟੇਜ ਜਿਹੜਾ ਸੀ ਉਹ ਟੁੱਟ ਗਿਆ ਵਾ ਔਰ ਉਹਨੂੰ ਅਸੀਂ ਤਿਆਰ ਕਰਨ ਦੀ ਵਿਵਸਥਾਵਾਂ ਵਿੱਚ ਲੱਗੇ ਹੋਏ ਆ ਔਰ 1-2 ਦਿਨ ਦੇ ਵਿੱਚ ਜਿਹੜਾ ਉਹ ਸਟੇਜ ਆ ਉਹ ਤਿਆਰ ਹੋ ਜਾਣਾ ਵਾ ਔਰ ਜਿੱਦਾਂ ਪਹਿਲੇ ਚੱਲਦਾ ਸੀਗਾ ਉੱਦਾਂ ਹੀ ਪ੍ਰੋਪਰ ਜਿਹੜਾ ਸਟੇਜ ਚੱਲਦਾ ਰਹੂਗਾ। ਗਵਰਨਮੈਂਟ ਦਾ ਇਹਦੇ ਵਿੱਚ ਕੋਈ ਦਖਲ ਨਹੀਂ ਹੈਗਾ, ਕੋਈ ਉਹੋ ਜਿਹੀ ਗੱਲ ਨਹੀਂ ਹੈਗੀ। ਇਹ ਉਹਦੇ ਮਤਲਬ ਸਟੇਜ ਟੁੱਟਣ ਕਰਕੇ ਹੀ ਜਿਹੜੀ ਆ ਇਹ 2-3 ਦਿਨ ਤੋਂ ਸਟੇਜ ਸਾਡੀ ਜਿਹੜੀ ਆ ਬੰਦ ਹੋਈ ਆ ਔਰ ਇਹਦੀ ਅਸੀਂ ਤਿਆਰੀ ਕਰ ਰਹੇ ਹਾਂ ਔਰ ਬਹੁਤ ਜਲਦੀ ਹੀ ਇਹ ਤਿਆਰ ਹੋ ਜਾਏਗਾ ਔਰ ਪਹਿਲੇ ਦੀ ਤਰ੍ਹਾਂ ਫਿਰ ਹੀ ਇਹ ਜਿੱਦਾਂ ਮੰਚ ਸੰਚਾਲਨ ਹੁੰਦਾ ਸੀਗਾ ਉੱਦਾਂ ਹੀ ਫਿਰ ਜਿਹੜਾ ਸ਼ੁਰੂ ਹੋ ਜਾਏਗਾ। ਠੀਕ ਹੈ। ਖਾਲਸਾ ਜੀ, ਤੁਸੀਂ ਦੱਸੋ ਕਿ ਯੂਪੀ ਦੇ ਵਿੱਚ ਪੱਛਮੀ ਬੰਗਾਲ ਤੋਂ ਬਾਅਦ ਬੀਜੇਪੀ ਨੇ ਪੰਚਾਇਤ ਚੋਣਾਂ ਵਿੱਚ ਮੂੰਹ ਦੀ ਖਾਧੀ। ਸਾਰਾ ਯੂਪੀ ਇਸ ਵੇਲੇ ਆ ਉਹ ਪੰਚਾਇਤੀ ਚੋਣਾਂ ਦੇ ਵਿੱਚ ਬੀਜੇਪੀ ਹਾਰ ਗਈ, ਜਦ ਕਿ ਅਕਸਰ ਸਰਕਾਰਾਂ ਜਿਹੜੀਆਂ ਹੁੰਦੀਆਂ ਆ ਲੋਕਲ ਚੋਣਾਂ ਉਹੀ ਪਾਰਟੀ ਜਿੱਤਦੀ ਹੁੰਦੀ ਆ। ਇਹ ਜਿਹੜੀ ਹਾਰ ਹੋਈ ਆ ਇਹ 2022 ਦਾ ਕੋਈ ਸੰਕੇਤ ਦਿੰਦੀ ਆ? ਦੇਖੋ ਜੀ, ਮੈਂ ਸ਼ਿਵਦੇਵ ਸਿੰਘ ਭੱਟੀ, ਬਿਲਾਸਪੁਰ ਜ਼ਿਲ੍ਹਾ ਰਾਮਪੁਰ ਯੂਪੀ ਤੋਂ। ਤੁਸੀਂ ਦੇਖੋ ਕਿ ਜਿੱਦਾਂ ਵੀ ਇਹ ਹਾਰ ਜਿੱਦੀ ਹੋਈ ਹੈ ਬੀਜੇਪੀ ਦੀ ਯੂਪੀ ਦੀ ਪੰਚਾਇਤ ਚੋਣਾਂ 'ਚ, ਉਹ ਸਭ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਹੀ ਹੋਈ ਹੈ। ਨਹੀਂ ਤਾਂ ਕੋਈ ਵੀ ਸਰਕਾਰ ਹੁੰਦੀ ਹੈ ਜਿਹੜੀ ਕਰੀਬ ਇਹ ਪੰਚਾਇਤ ਦੀਆਂ ਚੋਣਾਂ ਉਹ ਹੀ ਜਿੱਤਦੀ ਹੈ। ਲੇਕਿਨ ਇਹਦੇ ਵਿੱਚ ਤੁਸੀਂ ਇਹ ਵੇਖੋ, ਸਾਰੇ ਜਿੰਨੀ ਵੀ ਹਾਰ ਹੋਈ ਹੈ ਇਹਦੇ ਪੱਲੇ ਕੁਛ ਨਹੀਂ ਪਿਆ। ਪੂਰੀ ਪੰਚਾਇਤ ਤੁਸੀਂ ਸਮਝੋ 3050 ਜ਼ਿਲ੍ਹਾ ਪੰਚਾਇਤ ਸਦੱਸਿਆ ਨੇ ਪੂਰੀ ਯੂਪੀ 'ਚ, ਜਿਹਦੇ ਵਿੱਚ ਇਹਨਾਂ ਦੇ ਪੱਲੇ ਸਿਰਫ 500 ਦੇ ਲਾਗੇ ਚੱਕੇ ਪਏ ਨੇ। 500 ਜੋ 3050 ਦੇ ਵਿੱਚ 500 ਹੈ ਜਿਹੜੇ ਸਾਡੇ ਕਿਸਾਨ ਨੇਤਾ ਜੇ ਕਿਸੇ ਪਾਰਟੀ ਦਾ ਸੰਬੰਧ ਨਹੀਂ ਹੁੰਦੇ ਉਹ 1300 ਕੁਝ ਜਿੱਤੇ ਨੇ। 1300 ਕਿਸੇ 500 ਦਾ ਤੁਸੀਂ ਆંકੜਾ ਦੇਖੋ। ਅੱਛਾ ਚਲੋ ਦੂਜੀਆਂ ਪਾਰਟੀਆਂ ਨੂੰ ਵੀ ਫਾਇਦਾ ਹੋਇਆ ਇਸ ਗੱਲ ਦਾ ਅੰਦੋਲਨ ਦਾ, ਕਿਉਂਕਿ ਉਹ ਇਸ ਗੱਲ ਨਾ ਬੀਜੇਪੀ ਨੂੰ ਪਾ ਕੇ ਦੂਜੀਆਂ ਪਾਰਟੀਆਂ ਨੂੰ ਪਾਉਂਦੇ ਰਹੇ। ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਉੱਥੇ ਅੰਦੋਲਨ 'ਚ ਇਸ ਅੰਦੋਲਨ ਦਾ ਫਰਕ ਪਿਆ, ਜਿੰਨੇ ਜ਼ਿਆਦਾ ਕਦੇ ਨਿਰਦਲੀਏ ਸਭ ਤੋਂ ਜ਼ਿਆਦਾ ਨਹੀਂ ਜਿੱਤੇ। ਇਸ ਵਾਰੀ 1300 ਸਦੱਸਿਆ ਪੂਰੀ ਯੂਪੀ ਦੇ ਵਿੱਚ ਜ਼ਿਲ੍ਹਾ ਪੰਚਾਇਤ ਦੇ ਵਿੱਚ ਨਿਰਦਲੀਏ ਜਿੱਤੇ ਨੇ, ਉਹ ਕਿਸਾਨਾਂ ਦੇ ਜਿੱਤੇ ਨੇ, ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਜਿੱਤੇ ਨੇ। ਇਹਦਾ ਅਸਰ ਆਉਣ ਵਾਲੇ 22 ਵਾਲੇ ਜਿਹੜਾ ਇਲੈਕਸ਼ਨ ਹੋਣਾ, ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਹੈ, ਉਹ ਤਾਂ ਪੂਰਾ ਅਸਰ ਪੈਗਾ। ਇਹ ਪੂਰੇ ਭੱਜੇ ਫਿਰਦੇ ਨੇ ਹੁਣ। ਅਜੇ ਇਸ ਤੱਕ ਇਹ ਹਾਰ ਦੀ ਵਜ੍ਹਾ ਨਾਲ ਅਜੇ ਤੱਕ ਕੋਈ ਡੇਟ ਨਹੀਂ ਕਲੀਅਰ ਕਰ ਪਾਏ ਕਿ ਕਦੋਂ ਆਹੀ ਇਹ ਜ਼ਿਲ੍ਹਾ ਪੰਚਾਇਤ ਅਧਿਆਕਸ਼ ਬਣਾਵਾਂਗੇ। ਅਜੇ ਤੱਕ ਅਧਿਆਕਸ਼ ਕੋਈ ਨਹੀਂ ਬਣਿਆ, ਨਾ ਇਹ ਬਲਾਕ ਪ੍ਰਮੁੱਖ ਬਣਾ ਚੱਕੇ ਨੇ। ਅਜੇ ਤੱਕ ਉਹਦੀ ਡੇਟ ਨਹੀਂ ਫਿਕਸ ਕਰਦਾ, ਕਿਉਂਕਿ ਇਹ ਸੋਚਦੇ ਨੇ ਅਜੇ ਤੱਕ ਇਹ ਚੱਕਰ 'ਚ ਪੈ ਨੇ ਵੀ ਅਸੀਂ ਇਹਨਾਂ ਦੇ ਸਾਡੇ ਜੇ ਬਲਾਕ ਪ੍ਰਮੁੱਖ ਨਾ ਬਣੇ, ਸਾਡੇ ਜ਼ਿਲ੍ਹਾ ਪੰਚਾਇਤ ਨਾ ਬਣੇ ਤੇ ਉੱਪਰ ਸਰਕਾਰ ਆਉਣ ਵਾਲੇ ਸਮੇਂ 22 ਦੇ ਵਿੱਚ ਅਸੀਂ ਕਰਾਂਗੇ ਕੀ। ਇਹ ਪੂਰੀ ਹਾਰ ਹੈ ਇਹਨਾਂ ਦੀ ਔਰ ਇਹ ਸਿੱਟਾ ਸਾਰਾ ਜਿੰਨਾ ਇਹ ਸਭ ਕਿਸਾਨ ਅੰਦੋਲਨ ਦਾ ਹੀ ਵਜ੍ਹਾ ਹੈ ਕਿ ਇਹ ਸਾਰੇ ਹਾਰ ਹੈ। ਹੁਣ ਗੱਲ ਕਰਦੇ ਹਾਂ ਸਾਡੇ ਜਤਿੰਦਰ ਜੀਤੂ ਜੀ, ਜਿਹੜੇ ਕਿ ਦਿੱਲੀ ਪੁਲਿਸ ਦੀ ਨਿਗਾਹ ਦੇ ਵਿੱਚ ਇੱਕ ਭਗੌੜੇ ਹਨ ਤੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ। ਇਹਨਾਂ ਨੂੰ ਬੜਾ ਉਸ ਵੇਲੇ 26 ਦੀ ਘਟਨਾ ਦੇ ਸੰਬੰਧ ਵਿੱਚ ਇਹਨਾਂ ਦੇ ਪਰਿਵਾਰ ਨੂੰ ਧਮਕਾਇਆ ਗਿਆ ਕਿ ਆਪਣੇ ਨੌਜਵਾਨ ਨੂੰ ਇਸ ਅੰਦੋਲਨ ਵਿੱਚੋਂ ਵਾਪਸ ਲੈ ਲਓ, ਨਹੀਂ ਤਾਂ ਸਰਕਾਰ ਕਦੀ ਵੀ ਜੀਤੂ ਦਾ ਨੁਕਸਾਨ ਕਰ ਸਕਦੀ ਆ। ਪਰ ਜੀਤੂ ਨੇ ਇਸ ਅੰਦੋਲਨ ਦੇ ਨਾਲ ਜੁੜੇ ਰਹਿਣਾ ਹੀ ਮੁਨਾਸਬ ਸਮਝਿਆ। ਇਸੇ ਕਰਕੇ ਰਾਕੇਸ਼ ਟਕੈਤ ਜੀ ਨੇ ਉੱਤਰਾਖੰਡ ਦਾ ਪ੍ਰਧਾਨ ਬਣਾਤਾ ਕਿਸਾਨ ਯੂਨੀਅਨ ਦਾ, ਕਿਉਂਕਿ ਜੀਤੂ ਨੇ ਬਹੁਤ ਲੰਬੀ ਸੇਵਾ ਪਿਛਲੇ 8-10 ਮਹੀਨੇ ਤੋਂ ਇਸ ਅੰਦੋਲਨ ਦੇ ਵਿੱਚ ਨਿਭਾਈ ਆ। ਜੀਤੂ ਜੀ, ਪਹਿਲਾਂ ਤਾਂ ਤੁਹਾਨੂੰ ਮੁਬਾਰਕ, ਰਾਕੇਸ਼ ਟਕੈਤ ਜੀ ਨੇ ਤੁਹਾਨੂੰ ਉੱਤਰਾਖੰਡ ਦਾ ਪ੍ਰਧਾਨ ਬਣਾਇਆ, ਤੇ ਨਾਲ ਇਹ ਦੱਸੋ ਕਿ ਇਸ ਵੇਲੇ ਕੋਈ ਦਿੱਲੀ ਪੁਲਿਸ ਦਾ ਸੁੱਖ ਸੁਨੇਹਾ ਆ ਰਿਹਾ? ਸਭ ਤੋਂ ਪਹਿਲਾਂ ਤੇ ਸਤਿ ਸ੍ਰੀ ਅਕਾਲ ਮੇਰੇ ਸਾਰੇ ਸਰੋਤਿਆਂ ਵੀਰਾਂ ਨੂੰ। ਧੰਨਵਾਦ ਦਾ ਜਵਾਬ ਮੈਂ ਦਊਂਗਾ। ਧੰਨਵਾਦ ਜੀ, ਤੁਸੀਂ ਮੈਨੂੰ ਇੰਨਾ ਕਿਹਾ। ਬਾਕੀ ਰਹੀ ਗੱਲ ਦਿੱਲੀ ਪੁਲਿਸ ਦੀ, ਜਦੋਂ ਦਾ 26 ਜਨਵਰੀ ਤੋਂ ਬਾਅਦ ਥੋੜ੍ਹਾ ਜਿਹਾ 10-20 ਦਿਨ ਇਹਨਾਂ ਨੇ ਤੰਗ ਕੀਤਾ ਸੀਗਾ। ਜਦੋਂ ਇਹਨਾਂ ਨੇ ਡਰਾਉਣਾ ਚਾਹਿਆ ਤੇ ਮੈਂ ਨਹੀਂ ਡਰਿਆ। ਹੁਣ ਉਸ ਤੋਂ ਬਾਅਦ ਜਦੋਂ ਦਾ ਆਪਣਾ ਅੰਦੋਲਨ ਲੰਮਾ ਚੱਲ ਰਿਹਾ ਆ, ਪਿਛਲੇ 2-3 ਮਹੀਨਿਆਂ ਤੋਂ ਕੋਈ ਇਹਨਾਂ ਦੀ ਐਕਟੀਵਿਟੀ ਨਹੀਂ ਰਹੀ ਜੀ। ਤੇ ਨਾ ਕਦੀ ਫੋਨ ਕਾਲ ਆਈ ਆ, ਨਾ ਕਦੀ ਵੈਸੇ ਇਹਨਾਂ ਨੇ ਕੋਈ ਮੈਸੇजेस ਵਗੈਰਾ ਜਾਂ ਕੋਈ ਨੋਟਿਸ ਵਗੈਰਾ। ਉਹ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਦੋਂ ਕੋਈ ਡਰਾ ਕੇ ਦੇਖਦੇ ਸੀਗੇ, ਜੋ ਨਹੀਂ ਡਰੇ ਤਾਂ ਹੁਣ ਚੁੱਪ ਕਰ ਗਏ? ਹਾਂ, ਬਹੁਤ ਵਾਰ ਡਰਾਇਆ ਇਹਨਾਂ ਨੇ। ਹੁਣ ਵੀ ਕੋਈ ਪ੍ਰੋਗਰਾਮ ਕਰੀਦਾ ਆ ਉੱਥੇ ਉੱਤਰਾਖੰਡ ਦੇ ਵਿੱਚ। ਹੁਣੀ ਜਿਵੇਂ ਕਾਲੇ ਦਿਵਸ ਦਾ ਅਸੀਂ ਮਨਾਉਣਾ ਸੀਗਾ, ਕਿਉਂਕਿ ਸਾਡੇ ਉੱਤਰਾਖੰਡ ਯੂਪੀ ਦੇ ਵਿੱਚ ਸਰਕਾਰਾਂ ਬੀਜੇਪੀ ਦੀਆਂ ਨੇ, ਤੇ ਪੂਰਾ ਦਿਨ ਕਾਲ ਕਰਦੇ ਰਹਿੰਦੇ ਆ ਮੈਨੂੰ, ਦਿਨੇ ਵੀ ਰਾਤ ਨੂੰ ਵੀ।
ਕਿ ਵੀ ਕੀ ਪ੍ਰੋਗਰਾਮ ਹੈ ਤੁਹਾਡਾ, ਇਦਾਂ ਨਾ ਕਰਿਓ, ਚਲਾਇਓ ਨਾ, ਪੁਲਿਸ ਸਟ੍ਰਿਕਟ ਆ, ਤੁਹਾਡੇ ਤੇ ਮੁਕੱਦਮੇ ਆ ਅੱਗੇ। ਤੇ ਬਸ ਉਹੀ ਆ, ਗਿੱਦੜ ਪੱਪੀ ਦਿੰਦੇ ਆ। ਤੇ ਜੇ ਡਰ ਜਾਓ ਤੇ ਡਰ ਜਾਓ, ਨਾ ਡਰੋ, ਅਗਰ ਅੱਖਾਂ ਦਿਖਾ ਦਿਓ ਤੇ ਫਿਰ ਪਿੱਛੇ ਮੁੜ ਜਾਂਦੇ ਆ। ਜਤਿੰਦਰ ਜੀ, ਇੱਕ ਦੇਖੀਏ ਵੀ 1984 ਦਾ ਘਟਨਾਕ੍ਰਮ ਤੋਂ ਬਾਅਦ ਖਾਸ ਕਰਕੇ ਸਿੱਖ ਕਮਿਊਨਿਟੀ, ਸਿੱਖ ਭਾਈਚਾਰਾ ਸੀਗਾ, ਉਹ ਕਾਂਗਰਸ ਤੋਂ ਬਹੁਤ ਦੂਰ ਹੋ ਗਿਆ। ਲੋਕਾਂ ਦੇ ਮਨ 'ਚ ਇੱਕ ਰੋਸ ਸੀਗਾ ਸ਼੍ਰੀ ਹਰਿਦੁਆਰ ਸਾਹਿਬ ਵਾਲੀ ਘਟਨਾ ਨੂੰ ਦੇਖ ਕੇ। ਪਰ ਜਿਵੇਂ ਜਿਵੇਂ ਬੀਜੇਪੀ ਦੇ ਨਾਲ ਫਿਰ ਏਸੀ ਕਰਕੇ ਸਿੱਖ ਭਾਈਚਾਰੇ ਦੀ ਨੇੜਤਾ ਰਹੀ ਵੀ ਕਾਂਗਰਸ ਦੇ ਅਸੀਂ ਨੇੜੇ ਜਾ ਨਹੀਂ ਸਕਦੇ, ਦੂਜੀ ਵੱਡੀ ਪਾਰਟੀ ਬੀਜੇਪੀ ਆ। ਪਰ ਆਹ ਜਿਹੜਾ ਕਿਸਾਨੀ ਅੰਦੋਲਨ ਨੇ ਇੱਕ ਇਦਾਂ ਦੇ ਹਾਲਾਤ ਪੈਦਾ ਕਰ ਦਿੱਤੇ ਆ ਕਿ ਜਿਹੜਾ ਜ਼ੁਲਮ ਇਸ ਵੇਲੇ ਮੋਦੀ ਸਰਕਾਰ ਕਿਸਾਨਾਂ ਤੇ ਕਰ ਰਹੀ ਆ, ਤਾਂ ਕਿਤੇ ਨਾ ਕਿਤੇ ਜਿਹੜਾ ਉਹ ਪਿਛਲਾ ਜਿਹੜਾ ਦੌਰ ਕਾਲਾ ਲੰਘਿਆ ਸੀ, ਉਹ ਲੋਕਾਂ ਨੂੰ ਹੁਣ ਲੱਗਦਾ ਆ ਵੀ ਇਹ ਇੱਕੋ ਦੋਨੇ ਤਰ੍ਹਾਂ ਇੱਕੋ ਜਿਹੀਆਂ ਆ। ਯੂਪੀ ਦੇ ਵਿੱਚ ਬੀਜੇਪੀ ਦਾ ਜਿਹੜਾ ਤਰਾਈ ਖੇਤਰ ਆ, ਉਹਦੇ ਵਿੱਚ ਸਿੱਖਾਂ ਦਾ ਜਿਹੜਾ ਹੁਣ ਜੜਾਓ ਆ, ਉਹ ਕੋਈ ਨਵਾਂ ਤੀਜਾ ਬਦਲ ਹੋਊਗਾ ਕਿ ਜਾਂ ਮੁੜ ਕੇ ਜਿਹੜੇ ਬੀਜੇਪੀ ਨੂੰ ਛੱਡ ਕੇ ਕਾਂਗਰਸ ਵੱਲ ਜਾਣਗੇ? ਗੱਲ ਤੁਹਾਡੀ ਠੀਕ ਆ ਕਿ ਕਾਂਗਰਸ ਤੋਂ ਪਹਿਲਾਂ ਲੋਕ ਸਾਡੇ ਦੁਖੀ ਹੋਏ 84 ਦੇ ਦੌਰ ਤੋਂ ਬਾਅਦ, ਉਹਨੂੰ ਵੇਂਦੇ ਹੋਏ ਬੀਜੇਪੀ ਨਾਲ ਨੇੜਤਾ ਬਣਾਈ। ਲੇਕਿਨ ਆ ਤੁਸੀਂ ਦੇਖ ਹੀ ਰਹੇ ਹੋ ਪਿਛਲੇ 6 ਮਹੀਨਿਆਂ ਤੋਂ ਜਿਹੜਾ ਇਹਨਾਂ ਨੇ ਕਿਸਾਨ ਕੌਮ ਦੇ ਨਾਲ ਇੱਕ ਦੋ ਪਰਾਇਆ ਜਿਹੜਾ ਇਹਨਾਂ ਨੇ ਰਵੱਈਆ ਅਪਣਾਇਆ ਆ। ਔਰ ਇਹਨਾਂ ਦਾ ਮੋਟਿਵ ਇਹ ਨਹੀਂਗਾ ਕਿ ਕਿਸਾਨ ਜਿਹੜੇ ਬੈਠੇ ਆ ਇਹਨਾਂ ਦਾ ਹੱਲ ਕਰੀਏ। ਇਹਨਾਂ ਦਾ ਮੋਟਿਵ ਇਹ ਹੈ ਕਿ ਕਿਸ ਤਰੀਕੇ ਨਾਲ ਜਾਤੀ ਦੇ ਉੱਤੇ ਫੈਲਾ ਕੇ ਕਿ ਸਿੱਖ ਅੰਦੋਲਨ ਕਰਕੇ ਇਹਨੂੰ ਕਿੱਦਾਂ ਡਿਸਟਰੋਏ ਕੀਤਾ ਜਾਵੇ। ਇਹਨਾਂ ਦਾ ਬਾਇਲੋਜ਼ ਪੂਰਾ ਇਸ ਟਾਈਮ ਧਰਮ ਦੇ ਉੱਤੇ ਬਣਿਆ ਹੋਇਆ ਆ। ਇਹ ਚੀਜ਼ ਲੋਕਾਂ ਦੇ ਸਮਝ 'ਚ ਆ ਗਈ ਆ। ਖਾਸ ਕਰ ਮੈਂ ਆਪਣੇ ਤਰਾਈ ਖੇਤਰ ਦੀ ਗੱਲ ਕਰਾਂ, ਉੱਥੇ ਤੇ ਬੀਜੇਪੀ ਨੂੰ ਵੋਟ ਦੇਣ ਦੀ ਬੜੀ ਦੂਰ ਦੀ ਗੱਲ। ਸਾਨੂੰ ਬਾਰਡਰਾਂ ਤੇ ਬਿਠਾ ਕੇ ਇਲੈਕਸ਼ਨ ਨਹੀਂ ਲੜ ਸਕਦੇ। ਉੱਥੇ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਊਗਾ। ਜਾਂ ਤੇ ਇਹਨਾਂ ਨੂੰ ਪਹਿਲਾਂ ਨਿਪਟਾਉਣਾ ਪਊਗਾ, ਸਾਡੇ ਨਾਲ ਗੱਲ ਕਰਨੀ ਪਊਗੀ। ਔਰ ਅਗਰ ਅਸੀਂ ਬਾਰਡਰਾਂ ਤੇ ਬਵਾਂਗੇ ਤੇ ਜਨਤਾ ਨੇ ਇਹਨਾਂ ਨੂੰ ਵੰਡ ਨਹੀਂ ਦੇਣਾ। ਇੱਥੇ ਵੋਟਾਂ ਦੀ ਤਾਂ ਬਹੁਤ ਹਰਿਆਣੇ ਵਾਲਾ ਹਾਲ ਤਰਾਈ ਖੇਤਰ 'ਚ ਹੋਊਗਾ। ਬਿਲਕੁਲ ਬਿਲਕੁਲ। ਸਾਨੂੰ ਬਾਰਡਰਾਂ ਤੇ ਬਿਠਾ ਕੇ, ਕਿਸਾਨਾਂ ਨੂੰ ਬਾਰਡਰਾਂ ਤੇ ਬਿਠਾ ਕੇ ਇਲੈਕਸ਼ਨ ਨਹੀਂ ਲੜ ਸਕਦੇ ਪੂਰੇ ਯੂਪੀ ਉੱਤਰਾਖੰਡ ਦੇ ਵਿੱਚ। ਘਰੋਂ ਨਿਕਲਣਾ ਬੰਦ ਹੋ ਜਾਊਗਾ। ਇਹਨਾਂ ਦਾ ਵੋਟਾਂ ਮੰਗਣੀਆਂ ਤਾਂ ਬਹੁਤ ਦੂਰ ਦੀ ਗੱਲ ਹੈ। ਪਤਾ ਲੱਗਾ ਆ ਵੀ ਤੁਸੀਂ ਹੁਣ ਇਸ ਖੇਤਰ 'ਚ ਰਹਿੰਦੇ ਆ ਵੀ ਜਿਹੜਾ ਜੋਗੀ ਆ ਉਹਦਾ ਝੱਗਾ ਜਿਹੜਾ ਪਿੱਛੋਂ ਜਿਹੜੇ ਉਹਦੇ ਵਿਰੋਧੀ ਆ ਪਾਰਟੀ ਦੇ ਅੰਦਰ, ਉਹ ਖਿੱਚਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ। ਹਾਂ, ਹੁਣ ਆ ਰਹੀ ਹੈ ਇਹਨਾਂ ਦੀ ਹਵਾ। ਜਦੋਂ ਕਹਿੰਦੇ ਆ ਨਾ, ਜੇ ਕਿਸੇ ਘਰ ਦੇ ਵਿੱਚ ਜਦੋਂ ਪੈਸਾ ਆਉਂਦਾ ਤੇ ਬੜੀ ਖੁਸ਼ੀ ਜੀ ਹੁੰਦੀ ਆ, ਜਦੋਂ ਜਾਣ ਲੱਗਦਾ ਆ ਤੇ ਉਦੋਂ ਇੱਕ ਦੂਜੇ ਨਾਲ ਲੜਦੇ ਆ, ਕਲੇਸ਼ ਹੁੰਦਾ ਆ। ਹੁਣ ਕਲੇਸ਼ ਹੋਣਾ ਸ਼ੁਰੂ ਹੋ ਗਿਆ ਇਹਨਾਂ ਦੇ। ਪੰਚਾਇਤੀ ਚੋਣਾਂ ਦੇ ਵਿੱਚ ਜਨਤਾ ਨੇ ਇਹਨਾਂ ਨੂੰ ਦਿਖਾ ਦਿੱਤਾ ਕਿ ਤੁਸੀਂ ਕਿਸਾਨਾਂ ਦੇ ਨਾਲ ਕੀ ਕੀਤਾ ਆ। ਸੀਟਾਂ ਇਹਨਾਂ ਦੀਆਂ ਤੁਸੀਂ ਵੇਖ ਹੀ ਲਈਆਂ ਆ। ਹੁਣ ਆਪਸੀ ਇਹਨਾਂ ਦੇ ਵਿੱਚ ਖਿੱਚਤਾਣ ਜਾਰੀ ਆ, ਜਿਹਦਾ ਨਤੀਜਾ ਤੁਹਾਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਹੋਰ ਪਤਾ ਲੱਗ ਜਾਊਗਾ। ਬਾਕੀ ਇੱਕ ਚੀਜ਼ ਹੋਰ ਆ ਜਿਹੜਾ ਮੈਨੂੰ ਲੱਗਦਾ ਆ ਕਿ ਇਸ ਟਾਈਮ ਮੋਦੀ ਵੀ ਇਹ ਸੋਚਦਾ ਆ ਕਿ ਜਿੰਨਾ ਕਿਸਾਨਾਂ ਦਾ ਗੁੱਸਾ ਹੈ ਸਾਰਾ ਯੋਗੀ ਦੇ ਉੱਤੇ ਹੀ ਨਿਪਟਾ ਦਾਂ, ਕਿਉਂਕਿ ਯੋਗੀ ਵੀ ਇਹਦੀ ਕੁਰਸੀ ਵੱਲ ਆਉਂਦਾ ਦਿਖ ਰਿਹਾ ਆ ਸੈਂਟਰ ਵਿੱਚ। ਉਹਨਾਂ ਨੂੰ ਇਹ ਆ ਕਿ ਜਿੰਨਾ ਕਿਸਾਨਾਂ ਦਾ ਗੁੱਸਾ ਆ ਸਾਰਾ ਯੋਗੀ ਵੱਲ ਹੋ ਜੇ, ਇੱਕ ਤੇ ਯੋਗੀ ਨਿਪਟ ਜੂਗਾ, ਇੱਕ ਕਿਸਾਨਾਂ ਦਾ ਗੁੱਸਾ ਠੰਡਾ ਹੋ ਜਾਊਗਾ। ਇਹਨਾਂ ਦੀਆਂ ਬੜੀਆਂ ਨੀਤੀਆਂ ਆ ਇਸ ਚੀਜ਼ ਦੀਆਂ, ਲੇਕਿਨ ਇਹ ਗਲਤ ਚੀਜ਼ਾਂ ਆ ਇਹਨਾਂ ਦੀਆਂ। ਇਹਨਾਂ ਦੀ ਰਾਜਨੀਤੀ ਅਲੱਗ ਹੋਣੀ ਚਾਹੀਦੀ, ਲੇਕਿਨ ਕਿਸਾਨਾਂ ਦੀ ਇੱਕ ਆਪਣੀ ਪ੍ਰੋਬਲਮ ਹੈ। ਅਸੀਂ ਆਪਣੀਆਂ ਪਰੇਸ਼ਾਨੀਆਂ ਲੈ ਕੇ ਬੈਠੇ ਹਾਂ ਇੱਥੇ, ਅਸੀਂ ਕੋਈ ਰਾਜਨੀਤੀ ਦਾ ਹਿੱਸਾ ਬਣ ਨਹੀਂ ਆਏ। ਮੈਂ ਸਵਾਲ ਫਿਰ ਤੋਂ ਦੁਬਾਰਾ ਦੁਹਰਾਉਣਾ ਵੀ ਕਾਂਗਰਸ ਤੋਂ ਨਾਰਾਜ਼ ਹੋਏ ਲੋਕ ਬੀਜੇਪੀ ਵੱਲ ਗਏ, ਹੁਣ ਬੀਜੇਪੀ ਤੋਂ ਨਾਰਾਜ਼ ਹੋ ਕੇ ਦੁਬਾਰਾ ਕਾਂਗਰਸ ਵੱਲ ਜਾਣਗੇ ਕੋਈ, ਜਾਂ ਤੀਜਾ ਬਦਲ ਬਣਦਾ ਦੀਦਾ ਉੱਥੇ ਕਿਤੇ? ਇਸ ਵਾਰ ਲੱਗਦਾ ਆ ਕਿ ਤੀਜਾ ਕੋਈ ਬਦਲਾਵ ਆਊਗਾ ਇਹਦੇ ਵਿੱਚ। ਲੇਕਿਨ ਥੋੜਾ ਜਿਹਾ ਸਾਡਾ ਪੰਜਾਬ ਤੋਂ ਸਥਿਤੀ ਅਲੱਗ ਆ। ਸਾਡੇ ਇੱਥੇ ਤੀਜਾ ਜਿਹੜਾ ਧਰ ਆ ਉਹ ਇੰਨੀ ਉਚਾਈ ਦੇ ਨਾਲ ਇੱਥੇ ਆਇਆ ਨਹੀਂਗਾ, ਇੱਥੇ ਸਟਰੋਂਗ ਨਹੀਂਗਾ। ਹਾਂ, ਅਗਰ 2-4 ਬੰਦੇ ਲੜਦੇ ਆ ਕਿਤੋਂ ਕਿਸਾਨ ਅੰਦੋਲਨਾਂ ਨਾਲ, ਜਿਨ੍ਹਾਂ ਦੀ ਜ਼ਿਆਦਾ ਸਹਿਭਾਗਤਾ ਰਹੀ ਆ, ਤੇ ਜਨਤਾ ਨੂੰ ਪਸੰਦ ਕਰੂਗੀ। ਲੇਕਿਨ ਕੁੱਲ ਮਿਲਾ ਕੇ ਫਿਰ ਉਹੀ ਗੱਲ ਹੈ ਕਿ ਆਪਸ਼ਨ ਸਾਡੇ ਕੋਲ ਹੀ ਰਹਿੰਦੇ ਆ ਯੂਪੀ ਦੇ ਵਿੱਚ, ਜਾਂ ਬੀਜੇਪੀ ਜਾਂ ਕਾਂਗਰਸ। ਹਾਂ, ਨਹੀਂ, ਯੂਪੀ ਦੇ ਵਿੱਚ ਆ ਸਮਾਜਵਾਦੀ ਆ, ਇਹਨਾਂ ਦਾ ਜਿਹੜਾ ਵੀ ਗਠਬੰਧਨ ਆ ਇਹਦੇ ਵੱਲ ਹੀ ਵੇਖਣਗੇ ਲੋਕ। ਲੇਕਿਨ ਮੈਂ ਪੁੱਛਣਾ ਚਾਹੂੰਗਾ ਕਿ ਇਹਨਾਂ ਦਾ ਵੀ ਕੀ ਸਹਿਯੋਗ ਹੈ ਸਾਡੇ ਵਿੱਚ, ਸਾਡੇ ਇਸ ਅੰਦੋਲਨ ਦੇ ਵਿੱਚ। ਬਸ ਇਹਨਾਂ ਨੂੰ ਵੋਟਾਂ ਦੇ ਦਾਂਗੇ, ਕੱਲ ਨੂੰ ਇਹਨਾਂ ਨੇ ਕੰਮ ਵੀ ਉਹੀ ਕਰਨਾ ਜੋ ਬੀਜੇਪੀ ਕਰ ਰਹੀ ਆ। ਨਹੀਂ, ਹੁਣ ਦੇਖੀਏ ਕਿ ਗਾਜੀਪੁਰ ਬਾਰਡਰ ਤੇ ਜਿਹੜੀ ਸੰਖਿਆ ਘਟੀ ਆ, ਜੇ ਹੁਣ ਸਮਾਜਵਾਦੀ ਪਾਰਟੀ ਬਹੁਤ ਵੱਡਾ ਕੇਡਰ ਰੱਖਦੀ ਆ, ਸਰਕਾਰਾਂ ਚਲਾਈਆਂ, ਮੁਲਾਇਮ ਸਿੰਘ ਯਾਦਵ ਦਾ ਨਾਂ ਆ, ਉਹਦੇ ਲੜਕੇ ਨੇ ਸਰਕਾਰ ਚਲਾਈ ਆ, ਅਖਿਲੇਸ਼ ਯਾਦਵ ਨੇ। ਪਰ ਜੇ ਉਹ ਲੋਕ ਚਾਹੁਣ, ਚਿੱਠੀਆਂ ਤਾਂ ਲਿਖੀ ਜਾਂਦੇ ਇਸ ਕਿਸਾਨਾਂ ਦੇ ਹੱਕ 'ਚ, ਜੇ ਉਹ ਆਪਣਾ ਕੇਡਰ ਇੱਥੇ ਕਿਸਾਨਾਂ ਦੇ ਹੱਕ 'ਚ ਭੇਜਣਾ ਚਾਹੁਣ ਤਾਂ ਯੂਪੀ ਬਹੁਤ ਵੱਡਾ ਪ੍ਰਾਂਤ ਆ, ਉਹਨਾਂ ਦੀ ਕੋਈ ਮਦਦ ਤਾਂ ਤੁਹਾਨੂੰ ਇੱਥੇ ਹੁੰਦੀ ਦਿਸਦੀ ਨਹੀਂ। ਨਹੀਂ, ਇੱਥੇ ਨਾ ਵੀ ਚਲੋ ਘਲਾਉਣ, ਲੇਕਿਨ ਇਹਨਾਂ ਦੀ ਆਪਣੀਆਂ ਕਮੇਟੀਆਂ ਬਣੀਆਂ ਆ। ਆਪਣੇ ਕਿਤੇ ਲਖਨਊ ਦੇ ਵਿੱਚ ਧਰਨੇ ਲਾਉਣ, ਜਾਂ ਕਿਤੇ ਡੀਐਮ ਮੁਖਿਆਲਿਆ ਤੇ ਲਾਉਣ, ਕਿਤੇ ਤੇ ਲਾਉਣ। ਬਸ ਚਿੱਠੀਆਂ ਲੈ ਕੇ ਸਾਰੀਆਂ, ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ, ਜਿੰਨੇ ਵਿਪਕਸ਼ ਦੀਆਂ ਪਾਰਟੀਆਂ ਚਿੱਠੀਆਂ ਲੈ ਕੇ ਘੱਲ ਦਿੰਦੇ ਜੀ ਅਸੀਂ ਤੁਹਾਡੇ ਨਾਲ ਆ। ਨਾਲ ਹੋ ਕੇ ਕੀ ਫਰਕ ਪੈਂਦਾ? ਇਹਨਾਂ ਦੇ ਐਮਐਲਏ ਆ, ਚਲੋ ਪੂਰੇ ਉਹਦੇ ਵਿੱਚ ਨਹੀਂ, ਘੱਟ ਤੇ ਹੈਗੇ ਆ, ਬਹਿਣ ਧਰਨਿਆਂ ਤੇ ਜਾ ਕੇ, ਵਿਧਾਨ ਸਭਾ ਦੇ ਬਾਹਰ ਬਹਿਣ ਧਰਨਿਆਂ ਜਾ ਕੇ, ਇਹਨਾਂ ਦੇ ਐਮਪੀ ਆ ਜਾ ਕੇ ਬਾਹਰ ਬਹਿਣ ਧਰਨਿਆਂ ਤੇ ਕੀ ਕਰ ਰਿਹਾ ਏ? ਇਹ ਵੀ ਕੁੱਲ ਮਿਲਾ ਕੇ ਸਭ ਇੱਕ ਦੂਜੇ ਦੇ ਪੂਰਕ ਹੀ ਆਏ।
ਲੇਕਿਨ ਥੋੜਾ ਜਿਹਾ ਇਸ ਅੰਦੋਲਨ ਦੇ ਨਾਲ ਇਹ ਬਦਲਾਅ ਹੋਇਆ ਆ ਕਿ ਜਿਵੇਂ ਪਹਿਲਾਂ ਹੁੰਦਾ ਸੀ ਜੀ ਫਲਾਣਾ ਨੇਤਾ ਕੈਸਾ ਉਹ ਫਲਾਣੇ ਜੈਸਾ, ਹੁਣ ਥੋੜੀ ਜਿਹੀ ਮੁੱਦਿਆਂ ਦੀ ਰਾਜਨੀਤੀ ਸ਼ੁਰੂ ਹੋਊਗੀ ਕਿ ਬਈ ਜਿਹੜਾ ਕੰਮ ਕਰੂਗਾ ਉਹ ਬਣੂਗਾ, ਭਾਵੇਂ ਉਹ ਕਿਸੇ ਵੀ ਪਾਰਟੀ ਤੋਂ ਹੋਵੇ। ਲੋਕਾਂ ਨੂੰ ਪਤਾ ਲੱਗ ਗਿਆ ਆਪਣੀ ਆਵਾਜ਼ ਚੁੱਕਣੀ, ਅੰਦੋਲਨ ਕਰਨੇ। ਔਰ ਮੈਂ ਮੰਨਦਾ ਹਾਂ ਕਿ ਅੰਦੋਲਨ ਬਹੁਤ ਸਹੀ ਟਾਈਮ ਤੇ ਹੋਇਆ। ਚਲੋ ਸਾਡੀ ਹਜੇ ਏਜ ਬੜੀ ਆ, ਬੱਚੇ ਦੇਖ ਰਹੇ ਨੇ, ਗਾਂ ਤੋਂ ਜਿਹੜੀਆਂ ਵੀ ਸਰਕਾਰਾਂ, ਜਿਹੜਾ ਵੀ ਨੇਤਾ ਕੋਈ ਥੋੜਾ ਬਹੁਤ ਟਾਈਟ ਹੋਣ ਦੀ ਕੋਸ਼ਿਸ਼ ਕਰੂਗਾ ਨਾ, ਤੇ ਜਨਤਾ ਨੂੰ ਪਤਾ ਕਿ ਇਹਦੇ ਕੰਨ ਕਿੱਦਾਂ ਸਿੱਧੇ ਕਰਨੇ ਆ। ਇਸ ਅੰਦੋਲਨ ਨੇ ਸਿਖਾ ਦਿੱਤੀਆਂ ਇਹ ਚੀਜ਼ਾਂ। ਤੇ ਬਾਕੀ ਹੁਣ ਲੈ ਦੇ ਕੇ ਵਿਪਕਸ਼ ਉਹੀ ਮਿਲਦਾ ਹੈ ਯੂਪੀ ਦੇ ਵਿੱਚ। ਇਹ ਆ ਕਿ ਸਾਡਾ ਤੇ ਬਸ ਇੰਨਾ ਕਲੇਸ਼ ਆ ਕਿ ਜੇ ਸਾਨੂੰ ਅਗਰ ਇਹ ਬਾਰਡਰਾਂ ਤੇ ਪਾਉਣਗੇ ਤੇ ਬਾਹੀਂ ਤੇ ਇਹ ਕਵਾਂਗੇ ਕਿ ਵੀ ਬੀਜੇਪੀ ਨੂੰ ਵੋਟ ਨਾ ਦਿਓ, ਔਰ ਪੂਰਾ ਦਮ ਲਾਵਾਂਗੇ ਇਹਨਾਂ ਨੂੰ ਹਰਾਉਣ ਲਈ। ਜੀਤੂ ਜੀ ਬਹੁਤ ਬਹੁਤ ਧੰਨਵਾਦ। ਇਹ ਸਨ ਜਤਿੰਦਰ ਜੀਤੂ ਜੀ, ਜਿਹੜੇ ਇਸ ਵੇਲੇ ਉੱਤਰਾਖੰਡ ਦੇ ਭਾਰਤੀ ਕਿਸਾਨ ਯੂਨੀਅਨ ਟਕੈਤ ਵੱਲੋਂ ਪ੍ਰਧਾਨ ਥਾਪੇ ਗਏ ਨੇ। ਤੇ ਉਹਨਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਬਿਠਾਲ ਕੇ ਕਿਸੇ ਹਾਲਤ ਵਿੱਚ ਵੀ ਬੀਜੇਪੀ ਦੁਆਰਾ ਯੂਪੀ ਦੇ ਵਿੱਚ ਸੱਤਾ ਹਾਸਲ ਨਹੀਂ ਕਰ ਸਕਦੀ। ਜੇਕਰ ਯੂਪੀ ਦੀ ਸੱਤਾ 2022 ਦੇ ਵਿੱਚ ਬੀਜੇਪੀ ਗਵਾ ਲੈਂਦੀ ਆ ਤੇ ਮਤ ਸੋਚੇ ਕਿ 2024 ਦੀ ਸੱਤਾ ਭਾਰਤ ਸਰਕਾਰ ਦੀ ਜਾਂ ਸੈਂਟਰ ਸਰਕਾਰ ਦੀ ਉਹ ਦੁਬਾਰਾ ਬੀਜੇਪੀ ਉੱਤੇ ਕਾਬਜ਼ ਹੋ ਸਕਦੀ ਆ। ਇਹ ਕਿਸਾਨਾਂ ਦੇ ਸਨ ਵਿਚਾਰ। ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਮੈਨੂੰ ਗੁਰਨਾਮ ਸਿੰਘ ਬਿਲਗਾ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।